ਗੌੜੀ ਮਹੱਲਾ ਨੌਵਾਂ। ਸਾਧੂ ਰਚਨਾ ਰਾਮ ਬਨਾਏ, ਇਕ ਬਿਨਸੈ ਇਕ ਅਸਥਿਰ ਮਨ। ਅਚਰਜ ਲਖਿਓ ਨਾ ਜਾਏ, ਸਾਧੂ ਰਚਨਾ ਰਾਮ ਬਨਾਏ, ਇਕ ਬਿਨਸੈ ਇਕ ਅਸਥਿਰ ਮਨ। ਅਚਰਜ ਲਖਿਓ ਨਾ ਜਾਏ। ਰਹਾਉ ਕਾਮ ਕ੍ਰੋਧ ਮੋਹ ਬਸ ਪ੍ਰਾਨੀ, ਹਰ ਮੂਰਤ ਬਿਸਰਾਏ। ਝੂਠਾ ਤਨ ਸਾਚਾ ਕਰ ਮਾਨਿਓ, ਜਿਉ ਸੁਪਨਾ ਰਨਾਏ। ਜੋ ਦਿਸੈ ਸੋ ਸਗਲ ਬਿਨਾਸੈ, ਜਿਉ ਬਾਦਰ ਕੀ ਛਾਏ। ਜਨ ਨਾਨਕ ਜਗ ਜਾਣਿਓ ਮਿਥਿਆ, ਰਹਿਓ ਰਾਮ ਸ਼ਰਨਾਏ। ਜੋ ਦਿਸੈ ਸੋ ਸਗਲ ਬਿਨਾਸੈ, ਜਿਉ ਬਾਦਰ ਕੀ ਛਾਏ। ਜਨ ਨਾਨਕ ਜਗ ਜਾਣਿਓ ਮਿਥਿਆ, ਰਹਿਓ ਰਾਮ ਸ਼ਰਨਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਵਰ ਤਖਤ ਸਿੰਘਾਸਨ ਦੇ ਮਾਲਕ ਜਹਰਾ ਜਹੂਰ ਹਾਜ਼ਰ ਹਜੂਰ ਸਾਹਿਬ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਤਿੰਨਾਂ ਦੀ ਪਾਵਨ ਮੁਬਾਰਕ ਗੋਦ ਅੰਦਰ ਹਾਜ਼ਰੀ ਭਰ ਰਹੇ ਸਤ ਸੰਗੀ ਜਨੋਂ, ਸਤਿਗੁਰਾਂ ਜੀ ਦੀ ਅਪਾਰ ਬਖਸ਼ਿਸ਼ ਕਿਰਪਾ ਹੋਈ ਹੈ। ਸਾਹਿਬ ਜੀਆਂ ਨੇ ਸ਼ਾਮ ਦੇ ਦੀਵਾਨ ਬਖਸ਼ਿਸ਼ ਕੀਤੇ, ਸੱਜੇ ਦੀਵਾਨਾਂ ਅੰਦਰ ਰਹਿਰਾਸ ਸਾਹਿਬ ਤੋਂ ਉਪਰੰਤ ਅੰਮ੍ਰਿਤ ਬਾਣੀ ਕਾ ਕੀਰਤਨ। ਔਰ ਆਓ ਜੋ ਲੜੀਵਾਰ ਧਰਮ ਦੇ ਰੱਖਿਅਕ ਨੌਵੇਂ ਪਾਤਸ਼ਾਹ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਪਾਵਨ ਬਾਣੀ ਸ਼ਬਦਾਂ ਦੀ ਜੋ ਵਿਚਾਰ ਕੱਲ ਰੋਜ਼ ਤੋਂ ਆਰੰਭ ਕੀਤੀ ਹੈ, ਆਓ ਉਸ ਵਿਚਾਰ ਦੇ ਨਾਲ ਜੁੜਨ ਤੋਂ ਪਹਿਲਾਂ ਸਤਿਗੁਰਾਂ ਜੀ ਦੇ ਪਾਸ ਹਾਜ਼ਰੀ ਲਵਾਈਏ। ਫਤਿਹ ਦੀ ਸਾਂਝ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਧੰਨ ਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਤਿੰਨਾਂ ਦੇ ਪਾਵਨ ਸ਼ਬਦ, ਜਿਨ੍ਹਾਂ ਦੀ ਕੁੱਲ ਗਿਣਤੀ 59 ਹੈ, ਔਰ ਗੌੜੀ ਰਾਗ ਤੋਂ ਸਤਿਗੁਰਾਂ ਦੇ ਪਾਵਨ ਸ਼ਬਦਾਂ ਦੀ ਆਰੰਭਤਾ ਹੁੰਦੀ ਹੈ। ਔਰ ਕੱਲ ਪਹਿਲੇ ਸ਼ਬਦ ਦੇ ਆਪਾਂ ਨੇ ਵਿਚਾਰ ਨੂੰ ਸਰਵਣ ਕੀਤਾ, ਜਿਸ ਅੰਦਰ ਧੰਨ ਗੁਰੂ ਨੌਵੇਂ ਪਾਤਸ਼ਾਹ ਨੌਵੇਂ ਨਾਨਕ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ
ਮਨ ਨੂੰ ਸੰਬੋਧਨ ਕਰ, ਮਨ ਤੋਂ ਅਲਾਮਤਾਂ ਨੂੰ ਤਿਆਗਣ ਔਰ ਹਿਰਦੇ ਦੇ ਅੰਦਰ ਮਾਲਕ ਦੇ ਨਾਮ ਨੂੰ ਵਸਾਉਣ ਦੀ ਪ੍ਰੇਰਨਾ ਦਿੱਤੀ ਔਰ ਦੱਸਣਾ ਕੀਤਾ ਕਿ ਕਿਵੇਂ ਰੱਬੀ ਰੰਗ ਦੇ ਅੰਦਰ ਰਤਿਆ ਹੋਇਆ ਗੁਰੂ ਦੇ ਸਨਮੁਖ ਰਹਿਣ ਵਾਲਾ ਗੁਰਮੁਖ ਪਿਆਰਾ ਸੇਵਾ ਸਿਮਰਨ ਦੀ ਬਦੌਲਤ ਦੁੱਖ ਤੇ ਸੁੱਖ, ਹਰਖ ਤੇ ਸੋਗ, ਖੁਸ਼ੀ ਤੇ ਗਮੀ ਦੇ ਅੰਦਰ ਕਿਵੇਂ ਸਮ ਬਰਾਬਰ ਰਹਿੰਦਾ ਹੈ। ਆਓ ਅੱਜ ਦੇ ਪਾਵਨ ਸ਼ਬਦ ਦੇ ਅੰਦਰ ਜੋ ਰਾਗ ਗੌੜੀ ਦੇ ਅੰਦਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਕ ਨੰਬਰ 219 ਉੱਪਰ ਸ਼ੋਭਨੀਕ ਹੈ। ਸਾਹਿਬ ਸਤਿਗੁਰੂ ਜੀ ਅੱਜ ਦੇ ਪਾਵਨ ਸ਼ਬਦ ਦੇ ਅੰਦਰ ਸ੍ਰਿਸ਼ਟੀ ਦੀ ਰਚਨਾ ਦੀ ਗੱਲ ਕਰਦੇ ਨੇ ਔਰ ਜਦੋਂ ਸ੍ਰਿਸ਼ਟੀ ਦੀ ਰਚਨਾ ਦੀ ਗੱਲ ਪੂਰੇ ਵਿਸ਼ਵ ਦੇ ਅੰਦਰ ਦੇਖੀ ਜਾਂਦੀ ਹੈ ਤਾਂ ਖਿਆਲ ਕਰਨਾ, ਜਦੋਂ ਆਦਮ ਤੋਂ ਆਰੰਭਤਾ ਤੋਂ ਜੀਵ ਦੀ ਆਰੰਭਤਾ ਹੋਏ, ਕਿਵੇਂ ਡਰ ਦੇ ਵਿੱਚੋਂ ਰਹੱਸ ਧਰਮ ਦੀ ਪੈਦਾਇਸ਼ ਹੁੰਦੀ ਹੈ ਔਰ ਸਹਿਜੇ ਸਹਿਜੇ ਜੋ ਧਰਮ ਪ੍ਰਚਲਿਤ ਹੋਏ, ਜਿਨ੍ਹਾਂ ਦੇ ਵਿੱਚ ਜਿਹੜੇ ਪੱਛਮ ਯੂਰਪ ਦੇ ਅੰਦਰ ਹੋਏ ਉਹਨਾਂ ਨੂੰ ਸਾਮੀ ਧਰਮਾਂ ਦੇ ਨਾਲ ਜਾਂ ਪੱਛਮੀ ਧਰਮਾਂ ਦੇ ਨਾਲ ਜਾਣਿਆ ਜਾਂਦਾ ਹੈ ਔਰ ਇੱਧਰ ਜੋ ਜਿਹਦੇ ਅੰਦਰ ਹਿੰਦੂ ਧਰਮ, ਜਿਸ ਅੰਦਰ ਜੈਨਿਜ਼ਮ, ਬੁੱਧਿਜ਼ਮ, ਇਹਨਾਂ ਨੂੰ ਏਸ਼ੀਅਨ ਧਰਮ ਕਿਹਾ ਜਾਂਦਾ ਹੈ। ਤੇ ਯੂਰਪ ਦੇ ਸਭ ਤੋਂ ਪੁਰਾਤਨ ਧਰਮ ਯਹੂਦੀ ਧਰਮ, ਯਹੂਦੀਇਜ਼ਮ, ਉਹਦੇ ਅੰਦਰ ਸ੍ਰਿਸ਼ਟੀ ਰਚਨਾ ਦੀ ਗੱਲ ਕੀਤੀ ਹੈ। ਦਾਸ ਨੂੰ ਉਹ ਧਰਮ ਦੀ ਸਟੱਡੀ ਕਰਨ ਦਾ ਸਮਾਂ ਮਿਲਿਆ। ਉਸ ਅੰਦਰ ਹਜ਼ਰਤ ਮੂਸਾ ਜੀ ਜੋ ਉਸ ਧਰਮ ਦੇ ਬਾਨੀ, ਪੈਗੰਬਰ, ਰਹਿਬਰ, ਉਸ ਧਰਮ ਦੇ ਅੰਦਰ ਉਹਨਾਂ ਤੋਂ ਵੀ ਪਹਿਲੋਂ ਰਹਿਬਰ ਮੰਨੇ ਜਾਂਦੇ ਨੇ, ਜਿਨ੍ਹਾਂ ਦੇ ਅੰਦਰ ਇਬਰਾਹਿਮ, ਹਜ਼ਰਤ ਇਬਰਾਹਿਮ ਜੀ, ਉਹਨਾਂ ਦੇ ਅੱਗੋਂ ਪੁੱਤਰ ਹਜ਼ਰਤ ਇਸਹਾਕ, ਉਹਨਾਂ ਦੇ ਅੱਗੋਂ ਪੁੱਤਰ ਹਜ਼ਰਤ ਯਾਕੂਬ। ਹਜ਼ਰਤ ਯਾਕੂਬ ਦੇ 12 ਪੁੱਤਰ ਸਨ ਔਰ ਉਹਨਾਂ ਪੁੱਤਰਾਂ ਦੇ ਵਿੱਚੋਂ ਇੱਕ ਪੁੱਤਰ ਦਾ ਨਾਮ ਸੀ ਹਜ਼ਰਤ ਯੂਸਫ। ਜਦੋਂ ਅਸੀਂ ਯੋਗੀ ਅੱਲਾ ਯਾਰ ਖਾਨ ਦੇ ਸ਼ੇਰ ਪੜ੍ਹਦੇ ਹਾਂ ਤੇ ਉਹਨਾਂ ਦੇ ਅੰਦਰ ਦਸਮ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਉਸਤਤ ਕਰਦੇ ਹਾਂ। पीर जोगी अल्लाह यार खां लिखता है कि याकूब को यूसुफ के बिछड़ने ने रुलाया। यूसुफ याकूब का बड़ा प्यारा पुत्र सी और 12 पुत्र होने करके उन्हां दे विचों सब तो खूबसूरत सुंदरता का मालक और बाकी जो उहदा विरोध करते सन उन्होंने उन्होंने जंगल के अंदर छड्ड दिता सी। और जदों पिता नूं इस गल का पता लगा है कि पुत्र जिहड़ा है वो मो गया है, उहदे योग दे अंदर वियोग दे अंदर रो रो के याकूब ने भी अपने प्राण त्याग दिते। ये याकूब दे 12 पुत्रां दे विचों एक लेवी पुत्र होया है। उस वंश दे विचों हजरत मूसा जी का जन्म हुंदा है और अल्लाह का जो उस धर्म के अंदर जिक्र आउंदा है कि अल्लाह ने
ਜਿਹਨੂੰ ਯਹੋਵਾ ਉਸ ਧਰਮ ਦੇ ਅੰਦਰ ਕਿਹਾ ਜਾਂਦਾ ਹੈ। ਯਹੋਵਾ ਪਰਮੇਸ਼ਰ ਨੇ ਹਜ਼ਰਤ ਦੇ ਉੱਪਰ ਪ੍ਰਗਟ ਹੋ ਕੇ ਕਿਹਾ ਹੈ ਕਿ ਤੁਹਾਡੇ ਪਿਤਾ ਦਾਦੇ ਪੜਦਾਦੇ ਦਾ ਵੀ ਮੈਂ ਹੀ ਪਰਮੇਸ਼ਵਰ ਸਾਂ, ਔਰ ਮੈਂ ਤੈਨੂੰ ਹੁਕਮ ਕਰਦਾ ਹਾਂ ਕਿ ਤੂੰ ਇਸ ਇਜ਼ਰਾਈਲ ਕੌਮ, ਯਹੂਦੀ ਕੌਮ ਨੂੰ ਜੋ ਮਿਸਰੀਆਂ ਦੀ ਗੁਲਾਮ ਹੈ, ਇਹਨੂੰ ਆਜ਼ਾਦ ਕਰਾਵੇਂਗਾ। ਇਹ ਤੇਰੇ ਉੱਪਰ ਮੈਂ ਬਖਸ਼ਿਸ਼ ਕਰਦਾ ਹਾਂ। ਔਰ ਉਸ ਧਰਮ ਦੇ ਅੰਦਰ ਇਹ ਜ਼ਿਕਰ ਮਿਲਦਾ ਹੈ ਕਿ ਬੜੀਆਂ ਗੈਬੀ ਸ਼ਕਤੀਆਂ ਜਿਹੜੀਆਂ ਹਜ਼ਰਤ ਮੂਸਾ ਜੀ ਨੂੰ ਪ੍ਰਾਪਤ ਸਨ। ਉਹਦੀਆਂ ਸਿੱਖਿਆਵਾਂ ਦੇ ਅੰਦਰ ਜ਼ਿਕਰ ਆਉਂਦਾ ਹੈ ਕਿ ਪ੍ਰਮਾਤਮਾ ਨੇ 6 ਦਿਨ ਧਰਤੀ, 6 ਦਿਨ ਇਹ ਸ੍ਰਿਸ਼ਟੀ ਨੂੰ ਬਣਾਇਆ ਹੈ ਤੇ 7ਵੇਂ ਦਿਨ ਆਰਾਮ ਕੀਤਾ ਹੈ। ਪਹਿਲੇ ਦਿਨ ਪ੍ਰਮਾਤਮਾ ਨੇ ਹਨੇਰੇ ਤੇ ਚਾਨਣ ਨੂੰ ਅਲੱਗ ਕੀਤਾ ਹੈ। ਜਿਹੜੀ ਰੌਸ਼ਨੀ ਹੈ, ਪ੍ਰਕਾਸ਼ ਹੈ, ਉਹਨੂੰ ਹਨੇਰੇ ਤੋਂ ਅਲੱਗ ਕਰਕੇ ਦਿਨ ਤੇ ਰਾਤ ਬਣਾਈ ਹੈ। ਕਹਿੰਦੇ ਪਹਿਲਾ ਦਿਨ ਇਵੇਂ ਸੰਪੂਰਨ ਹੋਇਆ, ਜੋ ਉਹਨਾਂ ਦੀ ਫਿਲਾਸਫੀ, ਜੋ ਉਹਨਾਂ ਦੇ ਦਾਰਸ਼ਨਿਕ ਪੱਖ ਦਾ ਜ਼ਿਕਰ ਹੈ। ਦੂਸਰੇ ਦਿਨ ਦੀ ਉਹ ਗੱਲ ਕਰਦੇ ਨੇ। ਦੂਸਰੇ ਦਿਨ ਪਰਮੇਸ਼ਰ ਨੇ, ਯਹੋਵਾ ਨੇ ਆਕਾਸ਼ ਬਣਾਇਆ ਹੈ। ਉਹ ਜ਼ਿਕਰ ਮਿਲਦਾ ਹੈ ਕਿ ਦੋਨਾਂ ਪਾਣੀਆਂ ਨੂੰ ਅਲੱਗ ਕੀਤਾ ਹੈ। ਧਰਤੀ ਤੇ ਉੱਪਰਲੇ ਪਾਣੀ ਦੇ ਵਿੱਚ ਇੱਕ ਆਕਾਸ਼ ਬਣਾਇਆ ਹੈ ਜੋ ਉਹਨਾਂ ਦੀ ਲਿਖਤ ਅੰਦਰ ਮੌਜੂਦ ਹੈ, ਜੋ ਤੌਰੇਤ ਦੇ ਅੰਦਰ ਮੌਜੂਦ ਹੈ। ਪਹਿਲੇ ਦਿਨ ਦੇ ਅੰਦਰ ਪ੍ਰਕਾਸ਼ ਤੇ ਹਨੇਰੇ ਨੂੰ ਅਲੱਗ ਕਰ ਦਿਨ ਰਾਤ ਬਣਾਈ। ਪਹਿਲਾ ਦਿਨ ਪੂਰਾ ਹੋਇਆ। ਦੂਜੇ ਦਿਨ ਆਕਾਸ਼ ਅੰਬਰ ਬਣਾਇਆ ਹੈ। ਦੂਜਾ ਦਿਨ ਪੂਰਾ ਹੋਇਆ ਹੈ। ਤੀਸਰੇ ਦਿਨ ਧਰਤੀ, ਸਮੁੰਦਰ ਤੇ ਕੁਝ ਫਸਲਾਂ ਪੈਦਾ ਕੀਤੀਆਂ ਨੇ ਧਰਤੀ ਦੇ ਉੱਪਰ। ਇਹ ਤੀਸਰਾ ਦਿਨ ਪੂਰਾ ਹੁੰਦਾ ਹੈ। ਔਰ ਇਸੇ ਤਰ੍ਹਾਂ ਹੀ ਫਿਰ ਚੌਥੇ ਦਿਨ ਕਹਿੰਦੇ ਨੇ ਕਿ ਯਹੋਵਾ ਜੀ ਨੇ, ਪਰਮੇਸ਼ਰ ਨੇ ਸੂਰਜ ਤੇ ਚੰਦਰਮਾ ਬਣਾਏ ਨੇ। ਹੁਣ ਖਿਆਲ ਕਰਨਾ, ਉਹਨਾਂ ਦੇ ਧਰਮ ਦੇ ਅੰਦਰ ਜ਼ਿਕਰ ਮਿਲਦਾ ਹੈ। ਉਹਨਾਂ ਦੀ ਮਨੌਤ, ਗੁਰਮਤ ਇਸ ਗੱਲ ਦੇ ਨਾਲ ਸਹਿਮਤ ਨਹੀਂ, ਕਿਉਂਕਿ ਉਹਨਾਂ ਦੀ ਗੱਲ ਇੱਥੇ ਹੀ ਕੱਟੀ ਜਾਂਦੀ ਹੈ। ਜਦੋਂ ਚੌਥੇ ਦਿਨ ਜਾ ਕੇ ਸੂਰਜ ਤੇ ਚੰਦਰਮਾ ਬਣਿਆ ਹੈ ਤੇ ਸੂਰਜ ਤੋਂ ਬਿਨਾਂ ਤੇ ਦਿਨ ਰਾਤ ਕਾਹਦੀ ਹੈ? ਸੂਰਜ ਹੈ ਤੇ ਫਿਰ ਹੀ ਦਿਨ ਹੈ, ਸੂਰਜ ਤੋਂ ਬਿਨਾਂ ਦਿਨ ਨਹੀਂ। ਗੁਰਮਤ ਦਾ ਜ਼ਿਕਰ ਹੈ ਕਿ ਮਾਲਕ ਨੇ ਇੱਕੇ ਹੁਕਮ ਦੇ ਅੰਦਰ ਸਭ ਕੁਝ ਪੈਦਾ ਕੀਤਾ। ਉਹਨਾਂ ਨੇ ਅੱਗੋਂ ਜ਼ਿਕਰ ਕੀਤਾ ਚੌਥੇ ਦਿਨ ਸੂਰਜ, ਚੰਦਰਮਾ, ਪੰਜਵੇਂ ਦਿਨ ਮਾਲਕ ਨੇ ਫਿਰ ਰਿੰਗਣ ਵਾਲੇ ਜੀਵ ਧਰਤੀ ਦੇ ਉੱਪਰ ਔਰ ਕੁਝ ਫਲਦਾਰ ਰੁੱਖ ਪੈਦਾ ਕੀਤੇ। ਛੇਵੇਂ ਦਿਨ ਬਾਕੀ ਸਭ ਜੀਵ ਪੈਦਾ ਕੀਤੇ ਨੇ। ਸਾਰੀ ਸ੍ਰਿਸ਼ਟੀ 6 ਦਿਨਾਂ ਦੇ ਅੰਦਰ ਕੰਪਲੀਟ ਕਰ 7ਵੇਂ ਦਿਨ ਆਰਾਮ ਕੀਤਾ ਹੈ। ਔਰ ਉਸੇ ਧਰਮ, ਉਹਨਾਂ ਦੇ ਸਿਧਾਂਤ ਦੇ ਅਕੋਰਡਿੰਗ ਹੀ 6 ਦਿਨ ਸਾਰੇ ਵਰਕ ਕਰਦੇ ਨੇ, ਕਿਉਂਕਿ ਯਹੋਵਾ ਪਰਮੇਸ਼ਰ ਦਾ ਉਹਨਾਂ ਨੂੰ ਹੁਕਮ ਸੀ 7ਵੇਂ ਦਿਨ, ਜਿਹਨੂੰ ਉਹ ਸਬਤ ਦਾ ਦਿਨ ਕਹਿੰਦੇ ਨੇ, ਉਸ ਦਿਨ ਮਾਲਕ ਪਰਮੇਸ਼ਰ ਯਹੋਵਾ ਦਾ ਹੁਕਮ ਸੀ ਕਿ ਤੁਸਾਂ ਨੇ ਆਰਾਮ ਕਰਨਾ ਹੈ, ਕਿਉਂਕਿ ਪਰਮੇਸ਼ਰ ਨੇ ਆਰਾਮ ਕੀਤਾ ਹੈ। 6 ਦਿਨ ਧਰਤੀ ਸਿਰਜ ਕੇ 7ਵੇਂ ਦਿਨ ਆਰਾਮ ਕੀਤਾ ਹੈ। ਔਰ ਆਪਣੀ ਸਾਰੇ ਉਹਨਾਂ ਪੈਰਾਕਾਰਾਂ ਨੂੰ ਵੀ ਜ਼ਿਕਰ ਕੀਤਾ ਕਿ ਤੁਸਾਂ ਨੇ ਵੀ 6 ਦਿਨ ਵਰਕ ਕੰਮ ਕਰਨਾ ਹੈ ਔਰ 7ਵੇਂ ਦਿਨ ਆਰਾਮ ਕਰਨਾ ਹੈ। ਇਹ ਐਤਵਾਰ ਦੀ ਜਿਹੜੀ ਛੁੱਟੀ ਦਾ ਜ਼ਿਕਰ ਹੈ, ਇਹ ਉਸ ਧਰਮ ਤੋਂ ਆਰੰਭ ਹੁੰਦੀ। ਸੋਮ ਤੋਂ ਸ਼ਨੀਵਾਰ ਤੱਕ ਅਸੀਂ ਕੰਮ ਕਰਦੇ ਹਾਂ। ਐਤਵਾਰ ਜਿਹੜਾ ਛੁੱਟੀ ਦਾ ਕਨਸੈਪਟ ਸ਼ੁਰੂ ਹੁੰਦਾ ਹੈ, ਇਹ ਯਹੂਦੀ ਧਰਮ ਤੋਂ ਸ਼ੁਰੂ ਹੁੰਦਾ ਹੈ। ਸੋ ਉਹਨਾਂ ਦੀ ਸ੍ਰਿਸ਼ਟੀ ਦੇ ਬਾਬਤ ਜੋ ਜ਼ਿਕਰ ਹੈ ਕਿ 6 ਦਿਨਾਂ ਦੇ ਅੰਦਰ ਮਾਲਕ ਨੇ ਸ੍ਰਿਸ਼ਟੀ ਨੂੰ ਕੰਪਲੀਟ ਕੀਤਾ। ਵੱਖ-ਵੱਖ ਧਰਮਾਂ ਦੇ ਅੰਦਰ ਵੱਖ-ਵੱਖ ਵਿਚਾਰ ਨੇ। ਗੁਰਮਤ ਨੇ
ਇਹਨੇ ਜ਼ਿਕਰ ਕੀਤਾ ਕਿ ਸ੍ਰਿਸ਼ਟੀ ਨੂੰ ਬਣਦਿਆਂ ਇੰਨੇ ਤੋਂ ਇੰਨਾ ਸਮਾਂ ਲੱਗਾ ਹੈ। ਗੁਰਮਤਿ ਦਾ ਵਿਸ਼ਵਾਸ ਹੈ ਕਿ ਕੀਤਾ ਪਸਾਓ ਏਕੋ ਕਵਾਓ ਤਿਸ ਤੇ ਹੋਏ ਲੱਖ ਦਰਿਆਓ। ਕਹਿੰਦੇ ਮਾਲਕ ਦੇ ਇੱਕ ਹੁਕਮ ਦੇ ਨਾਲ ਸਾਰਾ ਕੁਝ ਹੋਂਦ ਦੇ ਅੰਦਰ ਆਇਆ ਹੈ। ਸਾਇੰਸ ਦੀਆਂ ਵੀ ਬੜੀਆਂ ਥਿਊਰੀਆਂ ਹੈ ਔਰ ਵੱਖ-ਵੱਖ ਥਿਊਰੀਆਂ ਸਮੇਂ-ਸਮੇਂ ਤੇ ਬਦਲਦੀਆਂ। ਸੋ ਗੁਰਮਤਿ ਦੇ ਅੰਦਰ ਜੋ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਅੱਜ ਦੇ ਸ਼ਬਦ ਦੀ ਆਰੰਭਤਾ ਦੇ ਅੰਦਰ ਜ਼ਿਕਰ ਕੀਤਾ, ਸਾਧੋ ਹੇ ਸਤ ਸੰਗੀ ਰੱਬੀ ਪਿਆਰੇ ਜਨੋ, ਰਚਨਾ ਰਾਮ ਬਣਾਈ। ਜਿਹੜੀ ਰਚਨਾ ਹੈ ਇਸ ਸ੍ਰਿਸ਼ਟੀ ਦੀ, ਇਹ ਰਾਮ ਨੇ ਰਚੀ ਹੈ। ਮਾਲਕ ਜੀਆਂ ਨੇ ਰਾਮ ਜਿਹੜਾ ਸ੍ਰਿਸ਼ਟੀ ਦੇ ਅੰਦਰ ਰਮਿਆ ਹੋਇਆ ਹੈ, ਉਹ ਰਾਮ ਜਿਹੜਾ ਘਟ ਘਟ ਦੇ ਅੰਦਰ ਰਮਿਆ ਹੋਇਆ ਹੈ। ਦੂਸਰੇ ਰਾਮ ਜੀ ਨਹੀਂ ਜੋ ਦਸ਼ਰਥ ਜੀ ਦੇ ਪੁੱਤਰ ਸਨ, ਉਹਨਾਂ ਦਾ ਵੀ ਬਾਣੀ ਦੇ ਅੰਦਰ ਜ਼ਿਕਰ ਆਉਂਦਾ ਹੈ। ਜਦੋਂ ਜ਼ਿਕਰ ਆਉਂਦਾ ਹੈ ਉਹ ਬੜੇ ਕਲੀਅਰ ਤੌਰ ਤੇ ਸਾਹਿਬ ਨੇ ਬਾਣੀ ਦੇ ਅੰਦਰ ਜ਼ਿਕਰ ਕੀਤਾ ਹੈ ਕਿ ਰਾਮ ਗਇਓ ਰਾਵਣ ਗਇਓ ਜਾਂ ਕੋ ਬਹੁ ਪਰਿਵਾਰ, ਕਹਿ ਨਾਨਕ ਥਿਰ ਕਛ ਨਹੀਂ ਸੁਪਨੇ ਜਿਉ ਸੰਸਾਰ। ਜਾਂ ਜਦੋਂ ਜ਼ਿਕਰ ਆਉਂਦਾ ਹੈ ਤੇ ਕਹਿੰਦੇ ਨੇ ਕਿ ਰੋਵੈ ਰਾਮ ਨਿਕਾਲਾ ਭਇਆ, ਸੀਤਾ ਲਖਮਣ ਵਿਛੜ ਗਇਆ। ਜਾਂ ਗੋਪਾਲ ਸ਼ਬਦ ਵੀ ਹਿੰਦੂ ਧਰਮ ਦੇ ਅੰਦਰ, ਸਨਾਤਨ ਧਰਮ ਦੇ ਅੰਦਰ ਵਰਤਿਆ ਜਾਂਦਾ ਹੈ ਮਾਲਕ ਦੇ ਪ੍ਰਤੀ। ਪਰ ਗੁਰਮਤਿ ਦੇ ਅੰਦਰ ਗੋਪਾਲ ਸ਼ਬਦ, ਗੋ ਤੋਂ ਭਾਵ ਧਰਤੀ ਤੇ ਪਾਲ ਤੋਂ ਭਾਵ ਇਹਨੂੰ ਪਾਲਣਹਾਰਾ, ਇਹ ਮਾਲਕ ਜੀਆਂ ਦੇ ਅਰਥ, ਪ੍ਰਮਾਤਮਾ ਜੀਆਂ ਦੇ ਅਰਥਾਂ ਦੇ ਅੰਦਰ ਆਏ। ਬੜੇ ਸ਼ਬਦ ਗੁਰਬਾਣੀ ਦੇ ਅੰਦਰ ਜਿਨ੍ਹਾਂ ਦਾ ਬਾਕੀ ਧਰਮਾਂ ਦੇ ਅੰਦਰ ਜਾ ਕੇ ਹੋਰ ਅਰਥ ਹੈ, ਜਦੋਂ ਗੁਰਮਤਿ ਦੇ ਅੰਦਰ ਆਉਂਦੇ ਨੇ ਉਹਨਾਂ ਦਾ ਅਰਥ, ਉਹਨਾਂ ਦਾ ਸਵਰੂਪ ਬਦਲਦਾ ਹੈ। ਸਾਹਿਬ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਜ਼ਿਕਰ ਕੀਤਾ, ਕਹਿਣ ਲੱਗੇ ਸਾਧੋ ਰਚਨਾ ਰਾਮ ਬਣਾਈ। ਰਾਮ ਜੀਆਂ ਨੇ, ਉਹ ਮਾਲਕ ਪਰਮੇਸ਼ਰ ਵਾਹਿਗੁਰੂ ਜੀ ਨੇ ਇਹ ਰਚਨਾ ਨੂੰ ਰਚਿਆ ਹੈ, ਬਣਾਇਆ ਹੈ। ਔਰ ਸਾਹਿਬ ਕਹਿੰਦੇ ਇੱਕ ਛਿਨ ਦੇ ਅੰਦਰ, ਪਲ ਦੇ ਅੰਦਰ ਬਣਾਇਆ ਹੈ। ਅਰਬਦ ਨਰਬਦ ਧੁੰਦੂ ਘਾਰਾ, ਧਰਨ ਨ ਗਗਨਾ ਹੁਕਮ ਅਪਾਰਾ। ਨਾ ਦਿਨ ਰਹਿਣ ਨ ਚੰਦ ਨ ਸੂਰਜ, ਸੁਨ ਸਮਾਧ ਲਗਾਏਂਦਾ। ਜਦੋਂ ਕੁਝ ਵੀ ਨਹੀਂ ਸੀ ਤੇ ਗੁਰਮਤਿ ਦਾ ਇਹ ਵਿਸ਼ਵਾਸ ਹੈ ਕਿ ਉਦੋਂ ਵੀ ਪਰਮਾਤਮਾ ਸੁਨ ਸਮਾਧ ਨਿਰਗੁਣ ਸਰੂਪ ਦੇ ਅੰਦਰ ਮੌਜੂਦ ਸੀ। ਆਪੀ ਨੇ ਆਪ ਰਚਿਓ, ਆਪੀ ਨੇ ਰਚਿਓ ਨਾਉ, ਦੋਈ ਕੁਦਰਤ ਸਾਜ ਕੈ ਕਰ ਆਸਣ ਡਿਠੋ ਚਾਉ। ਤੇ ਫਿਰ ਆਪ ਹੀ ਇਹ ਰਚਨਾ ਨੂੰ ਰਚ ਕੇ ਇਸ ਸ੍ਰਿਸ਼ਟੀ ਨੂੰ ਪੈਦਾ ਕਰਕੇ ਤੇ ਸਾਹਿਬ ਕਹਿੰਦੇ ਆਪ ਇਸ ਦੇ ਅੰਦਰ ਸਮਾਇਆ ਹੈ। ਸਾਹਿਬ ਜੀਆਂ ਨੇ ਬਾਣੀ ਦੇ ਅੰਦਰ ਬਚਨ ਕੀਤੇ ਹੈ ਕਿ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ। ਉਹ ਮਾਲਕ ਜਿਨਨੇ ਇਹ ਰਚਨਾ ਨੂੰ ਰਚਿਆ ਹੈ, ਉਹਦਾ ਅੰਤ ਨਹੀਂ, ਉਹਦਾ ਪਾਰਾਵਾਰ ਨਹੀਂ। ਜਦ ਸੁਖਮਨੀ ਸਾਹਿਬ ਬਾਣੀ ਦੇ ਅੰਦਰ ਆਪਾਂ ਬੜੀ ਵਾਰ ਸ਼ਲੋਕ ਪੜ੍ਹਦੇ ਹਾਂ, ਉਸਤਤ ਕਰਹਿ ਅਨੇਕ ਜਨ ਅੰਤ ਨ ਪਾਰਾਵਾਰ, ਨਾਨਕ ਰਚਨਾ ਪ੍ਰਭ ਰਚੀ ਬਹੁ ਬਿਦ ਅਨਕ ਪ੍ਰਕਾਰ। ਉਹ ਮਾਲਕ ਜੀਆਂ ਨੇ ਬੜੇ ਪ੍ਰਕਾਰ ਦੇ ਇਹਦੇ ਅੰਦਰ ਜੀਵ ਜੰਤ ਪੈਦਾ ਕਰ ਇਹਨੂੰ ਸੰਗਾਰਿਆ, ਸਵਾਰਿਆ ਤੇ ਬਣਾਇਆ ਹੈ। ਸਾਹਿਬ ਜੀਆਂ ਨੇ ਬਚਨ ਕੀਤੇ, ਕਹਿਣ ਲੱਗੇ ਹੇ ਸਤ ਸੰਗੀ ਜਨੋ, ਇਹ ਰਚਨਾ ਨੂੰ ਮਾਲਕ ਨੇ ਰਚਿਆ ਹੈ। ਇਹ ਰਚਨਾ ਉਹ ਮਾਲਕ ਦੀ ਰਚੀ ਹੋਈ ਹੈ। ਜਾਂ ਸਾਹਿਬ ਕਹਿੰਦੇ ਬਾਣੀ ਦੇ ਅੰਦਰ ਰਚ ਰਚਨਾ ਆਪਣੀ ਕਲ ਧਾਰੀ। ਰਚਨਾ ਨੂੰ, ਇਹ ਸ੍ਰਿਸ਼ਟੀ ਨੂੰ ਰਚ ਕੇ ਪੈਦਾ ਕਰਕੇ ਆਪਣੀ ਕਲ ਧਾਰੀ। ਕਲ ਤੋਂ ਭਾਵ ਤਾਕਤ, ਤਾਨ, ਬਲ। ਇਸ ਸ੍ਰਿਸ਼ਟੀ ਨੂੰ ਰਚ ਕੇ ਆਪ ਇਹਦੇ ਅੰਦਰ ਤਾਕਤ, ਬਲ, ਤਾਣ ਪਾਇਆ ਹੈ। ਔਰ ਉਹਦੇ ਹੁਕਮ ਦੇ ਅੰਦਰ ਹੀ ਭੈ ਵਿੱਚ ਸੂਰਜ, ਭੈ ਵਿੱਚ ਚੰਦ, ਉਹ ਕਰੋੜੀ ਚਲਤ ਨ ਅੰਤ। ਸਾਹਿਬ ਕਹਿੰਦੇ ਇਹ ਮਾਲਕ ਦੇ ਭੈ ਦੇ ਅੰਦਰ ਹੀ ਕਰੋੜਾਂ ਸਾਲਾਂ ਤੋਂ ਚੱਲਦੇ ਆ ਰਹੇ ਨੇ ਤੇ ਇਹਨਾਂ ਦਾ ਕੋਈ ਅੰਤ ਨਹੀਂ, ਇਹ ਚੱਲਦੇ ਹੀ ਰਹਿਣਗੇ। ਸਾਹਿਬ ਜੀਆਂ ਨੇ ਬਚਨ ਕੀਤੇ,
ਕਹਿਣ ਲੱਗੇ ਭਾਈ ਕੀਆ ਖੇਲ ਬੜ ਮੇਲ ਤਮਾਸ਼ਾ ਵਾਹਿਗੁਰੂ ਤੇਰੀ ਸਭ ਰਚਨਾ। ਇਹ ਮਾਲਕ ਇਹ ਤੇਰੀ ਹੀ ਖੇਡ ਹੈ, ਤੂੰ ਹੀ ਇਸ ਨੂੰ ਰਚਿਆ ਹੈ। ਬਾਣੀ ਦੇ ਅੰਦਰ ਬੜੇ ਪ੍ਰਮਾਣ ਮਿਲਣਗੇ ਜਿੱਥੇ ਸਪਸ਼ਟ ਹੁੰਦਾ ਹੈ ਮਾਲਕ ਜੀਆਂ ਨੇ ਕੁਦਰਤ ਨੂੰ ਰਚ ਕੇ ਆਪ ਕੁਦਰਤ ਦੇ ਅੰਦਰ ਵਿਸਮਾਦ ਹੋਣਾ ਕੀਤਾ। ਰਹੋ ਵਿਚਾਰ ਸਾਹਿਬ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਬਚਨ ਕੀਤੇ। ਕਹਿਣ ਲੱਗੇ ਸਤ ਸੰਗੀ ਜਨੋ ਰਚਨਾ ਨੂੰ ਮਾਲਕ ਜੀਆਂ ਨੇ ਆਪ ਰਚਿਆ ਹੋਇਆ ਏ। ਫਿਰ ਅੱਗੇ ਇੱਕ ਹੈਰਾਨੀ ਤੇ ਵਿਸਮਾਦ ਦੀ ਗੱਲ ਕੀਤੀ। ਕਹਿਣ ਲੱਗੇ ਇੱਕ ਬਿਨਸੈ ਇੱਕ ਅਸਥਿਰ ਮਾਨੈ ਅਚਰਜ ਲਖਿਓ ਨਾ ਜਾਏ। ਸਾਧੂ ਰਚਨਾ ਰਾਮ ਬਣਾਈ। ਸਾਹਿਬ ਕਹਿਣ ਲੱਗੇ ਭਾਈ ਇਹ ਜਿਹੜੀ ਮਾਲਕ ਨੇ ਰਚਨਾ ਬਣਾਈ ਹੈ ਇਹ ਕਿਵੇਂ ਦੀ ਖੇਡ ਰਚੀ ਹੋਈ ਹੈ। ਇੱਕ ਬਿਨਸੈ ਸੰਸਾਰ ਦੇ ਅੰਦਰ ਇੱਕ ਤੇ ਜੀਵ ਬਿਨਸ ਰਿਹਾ ਹੈ, ਖਤਮ ਹੋ ਰਿਹਾ ਹੈ। ਇੱਕ ਅਸਥਿਰ ਮਨ ਹੈ ਤੇ ਇੱਕ ਆਪਣੇ ਆਪ ਨੂੰ ਅਸਥਿਰ ਇਉਂ ਮੰਨ ਰਿਹਾ ਹੈ ਕਿ ਮੈਂ ਸੰਸਾਰ ਤੋਂ ਜਾਣਾ ਹੀ ਨਹੀਂ। ਅਚਰਜ ਲਖਿਓ ਨਾ ਜਾਏ, ਤੂੰ ਅਚਰਜ ਕੁਦਰਤ ਤੇਰੀ ਵਿਸਮਾ। ਹੇ ਮੇਰੇ ਮਾਲਕ ਇਹ ਕਿਵੇਂ ਦਾ ਤੂੰ ਇਹ ਤਮਾਸ਼ਾ ਕੀਤਾ ਏ, ਇਹ ਖੇਡ ਰਚੀ ਹੈ। ਜੀਵ ਦੇ ਅੰਦਰ ਕਿਵੇਂ ਦੀ ਬਿਰਤੀ ਪਾ ਦਿੱਤੀ ਹੈ। ਇੱਕ ਜੀਵ ਬਿਨਸ ਰਿਹਾ ਏ, ਖਤਮ ਹੋ ਰਿਹਾ ਏ, ਉਹਦੇ ਨਾਲ ਜਾਣ ਵਾਲਾ, ਉਹਦੇ ਸੰਸਕਾਰ ਤੇ ਜਾਣ ਵਾਲਾ, ਸਾਰੀ ਕਿਰਿਆ ਕਰਮ ਕਰਨ ਵਾਲਾ ਜੀਵ ਜਦੋਂ ਉਹਦੇ ਸਭ ਕਿਰਿਆ ਕਰਮ ਕਰ ਦਿੰਦਾ ਹੈ ਤੇ ਆਪਣੇ ਆਪ ਨੂੰ ਇਉਂ ਜਾਣਦਾ ਹੈ ਕਿ ਜਿਵੇਂ ਮੈਂ ਸੰਸਾਰ ਤੋਂ ਜਾਣਾ ਹੀ ਨਹੀਂ। ਬਿਨਸਨਹਾਰ ਨੂੰ ਦੇਖ ਕੇ ਵੀ ਜੀਵ ਨੂੰ ਅਗਲਾ ਬੰਨਾ ਨਹੀਂ ਨਜ਼ਰ ਆਉਂਦਾ। ਨਰਿੰਦਰ ਕਪੂਰ ਨੇ ਇੱਕ ਬੜੀ ਵਧੀਆ ਖਿੜਕੀਆਂ ਕਿਤਾਬ ਦੇ ਅੰਦਰ ਕਹਾਣੀ ਦਾ ਜ਼ਿਕਰ ਕਰਦੇ ਆ। ਉਹ ਕਹਿਣ ਲੱਗਾ, ਕਹਿੰਦਾ ਕਿ ਜੀਵ ਸੰਸਾਰ ਦੇ ਮਨੁੱਖ ਜਿੰਨੇ ਵੀ ਨੇ ਇਹ ਮੌਤ ਤੋਂ ਨਹੀਂ ਡਰਦੇ। ਕਹਿੰਦੇ ਮੌਤ ਤੋਂ ਇਹਨਾਂ ਨੂੰ ਕੋਈ ਡਰ ਨਹੀਂ ਲੱਗਦਾ। ਮੌਤ ਜਿੰਨੀ ਵਾਰ ਮਰਜ਼ੀ ਸ਼ਬਦ ਸੁਣਦਾ ਪਰ ਕਹਿੰਦਾ ਮਰਨ ਤੋਂ ਡਰਦੇ ਨੇ। ਇਹ ਮੌਤ ਤੋਂ ਨਹੀਂ ਡਰਦੇ, ਮਰਨ ਤੋਂ ਡਰਦੇ ਨੇ। ਔਰ ਵਾਕਿਆਤ ਜਦੋਂ ਮਾਲਕ ਬਾਣੀ ਦੇ ਅੰਦਰ ਵਾਰ-ਵਾਰ ਸਮਝਾਉਂਦੇ ਨੇ, ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤ ਕੋ ਫੱਕੜੇ ਸਭ ਮੁਕਦੀ ਚੱਲੀ ਰਹਿਣ। ਜਾਂ ਬਾਲਕ ਬਾਣੀ ਦੇ ਅੰਦਰ ਸਮਝਾਉਂਦੇ ਨੇ ਕਿ ਰਾਣਾ ਰਾਉ ਨਾ ਕੋਰਹ ਰੰਗ ਨਾ ਤੁੰਗ ਫਕੀਰ ਵਾਰੀ, ਆਪੋ ਆਪਣੀ ਕੋਈ ਨਾ ਬੰਦਾ ਧੀਰ। ਪਰ ਜੀਵ ਜਾਂ ਸਾਡਾ ਸੁਭਾਅ ਇਵੇਂ ਦਾ ਹੈ ਕਿ ਇਹ ਇੱਕ ਕੰਨ ਤੋਂ ਮਾਲਕ ਦਾ ਬਚਨ ਸੁਣਿਆ ਜਾਂਦਾ ਹੈ, ਦੂਸਰੇ ਚੋਂ ਨਿਕਲ ਜਾਂਦਾ ਹੈ। ਅਸਲ ਅੰਦਰ ਰੂਹ ਦਾ ਕੰਠ ਸ਼ਬਦ ਨਹੀਂ ਉਚਰਾ ਹੈ। ਅਬ ਕਿਆ ਕਰੇ ਪੁਰਾਣੀ, ਕਹਿੰਦੇ ਜਦੋਂ ਵਡੇਪਾ ਆਉਂਦਾ ਏ, ਕਬੀਰਾ ਰਾਮ ਨਾ ਸਿਮਰਿਓ ਜਰਾ ਪਹੁੰਚਿਓ ਆਏ, ਲਾਗੀ ਮੰਦਰ ਦੁਆਰ ਤੇ ਅਬ ਕਿਆ ਕਾਢਿਆ ਜਾਏ। ਕਹਿੰਦੇ ਜਦੋਂ ਅਖੀਰ ਦਾ ਸਮਾਂ ਆ ਜਾਂਦਾ ਹੈ ਨਾ, ਜਦੋਂ ਮਰਨਾ ਸਾਹਮਣੇ ਆ ਜਾਂਦਾ ਹੈ, ਅੱਗਾ ਆਇਆ ਨੇੜਾ ਪਿੱਛਾ ਰਹਿਆ ਦੂਰ, ਤੇ ਕਹਿੰਦੇ ਉਦੋਂ ਜੀਵਨ ਨੂੰ ਅਹਿਸਾਸ ਹੁੰਦਾ ਹੈ ਮਾਲਕ ਜੀਆਂ ਦੇ ਬਚਨਾਂ ਦਾ। ਤਾਂ ਕਰ ਸਾਹਿਬ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਤੇ ਵਾਰ-ਵਾਰ ਸਮਝਾਉਣਾ ਕੀਤਾ। ਕਹਿਣ ਲੱਗੇ ਭਾਈ ਇਹ ਰਚਨਾ ਮਾਲਕ ਨੇ ਰਚੀ ਹੈ। ਜੈਸੇ ਜਲ ਤੇ ਬੁੱਧ ਬਧਾ ਉਪਜੈ ਬਿਨਸੈ ਨੀਤ, ਜਗ ਰਚਨਾ ਤੈਸੇ ਰਚੀ ਕਹ ਨਾਨਕ ਸੁਨ ਮੀਤ। ਹੇ ਮਿੱਤਰ, ਸਾਹਿਬ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਮਾਲਕ ਨੇ ਜਗਤ ਦੀ ਰਚਨਾ ਇਵੇਂ ਕੀਤੀ ਹੈ ਜਿਵੇਂ ਪਾਣੀ ਦੇ ਉੱਪਰ ਬੁਲਬੁਲਾ ਪੈਦਾ ਹੋ ਜਾਂਦਾ ਹੈ। ਇਹ ਜਗਤ ਛਿਨ ਦੇ ਅੰਦਰ ਹੀ ਪੈਦਾ ਹੋਇਆ ਹੈ ਤੇ ਇਸ ਅੰਦਰ ਜਿਹੜੇ ਜੀਵ ਨੇ ਇਹ ਵੀ ਪਲ ਛਿਨ ਦੇ ਅੰਦਰ ਹੀ ਪੈਦਾ ਹੋਏ ਨੇ। ਇਹਨਾਂ ਦੀ ਵੀ ਬੁਨਿਆਦ ਪਾਣੀ ਦੇ ਬੁਲਬੁਲੇ ਦੇ ਵਾਂਗਰ ਕੋਈ ਸਦੀਵ ਨਹੀਂ। ਤਾਂਕਰ ਸਾਹਿਬ ਜੀਆਂ ਨੇ ਬਚਨ ਕੀਤੇ। ਕਹਿਣ ਲੱਗੇ ਭਾਈ
ਇੱਕ ਬਿਨਸਨਹਾਰ ਹੈ ਤੇ ਇੱਕ ਜੀਵ ਇਉਂ ਸਮਝ ਬੈਠਾ ਹੈ ਕਿ ਮੈਂ ਇੱਥੋਂ ਜਾਣਾ ਹੀ ਨਹੀਂ। ਉਹਦਾ ਕਾਰਨ ਕੀ ਹੈ? ਕਿਉਂਕਿ ਸਾਹਿਬ ਗੁਰੂ ਤੇਗ ਬਹਾਦਰ ਮਹਾਰਾਜ ਜੀ ਬਚਨ ਕਰਦੇ, ਕਹਿਣ ਲੱਗੇ, ਭਾਈ ਹਾਲੇ ਮਨ ਦਾ ਜਿਹੜਾ ਮਾਨ ਸੀ ਉਹ ਤਿਆਗਿਆ ਨਹੀਂ। ਇਹ ਜਿੰਨੇ ਵੀ ਸਤਿਗੁਰਾਂ ਦੇ ਸ਼ਬਦ ਹਨ, ਇਹ ਇੱਕ ਲੜੀ ਦੇ ਅੰਦਰ ਪਰੋਏ ਹੋਏ ਨੇ, ਜਿਵੇਂ ਮਾਲਾ ਦੇ ਅੰਦਰ ਮਣਕੇ ਪਰੋਏ ਜਾਂਦੇ ਨੇ। ਸਾਹਿਬ ਨੇ ਉੱਪਰਲੇ ਪਹਿਲੇ ਸ਼ਬਦ ਦੇ ਅੰਦਰ ਮਨ ਦੇ ਗੁਮਾਨ ਨੂੰ ਉਤਾਰਨ ਦੀ ਗੱਲ ਕੀਤੀ, ਹੰਕਾਰੀ ਬਿਰਤੀ ਨੂੰ ਛੱਡਣ ਦੀ ਗੱਲ ਕੀਤੀ। ਅੱਜ ਦੇ ਸ਼ਬਦ ਦੇ ਅੰਦਰ ਸਾਹਿਬ ਕਹਿੰਦੇ, ਭਾਈ ਇਹ ਰਚਨਾ ਜਿਹੜੀ ਇਹ ਖੇਡ ਮਾਲਕ ਨੇ ਰਚੀ ਹੈ, ਇਸ ਖੇਡ ਦੇ ਅੰਦਰ ਜੀਵਾਂ ਨੂੰ ਪੈਦਾ ਕੀਤਾ ਹੈ ਤੇ ਜੀਵ ਜੀਵ ਵੱਲ ਵੇਖ ਕੇ ਵੀ ਆਪਣੇ ਆਪ ਨੂੰ ਬਦਲਦਾ ਨਹੀਂ। ਕਿਉਂਕਿ ਸ਼ੈਤਾਨ ਜਿਨੇ ਇਹਦੇ ਕੰਨ ਦੇ ਅੰਦਰ ਫੂਕ ਮਾਰੀ ਹੈ ਕਿ ਤੇਰੇ ਵਰਗਾ ਇੰਨਾ ਸਮਝਦਾਰ ਤੇ ਇਸ ਸੰਸਾਰ ਤੇ ਪਹਿਲੋਂ ਕੋਈ ਗਿਆ ਹੀ ਨਹੀਂ, ਉਹ ਵਾਲਾ ਮਾਣ ਮਨ ਦੇ ਉੱਪਰੋਂ ਉਤਰਦਾ ਨਹੀਂ। ਸਾਹਿਬ ਕਹਿੰਦੇ, ਉਸ ਉਤਰਨ ਤੋਂ ਬਿਨਾਂ ਮਨ ਦੀ ਮਲੀਨਤਾ ਦੂਰ ਨਹੀਂ ਹੋਵੇਗੀ। ਸਾਹਿਬ ਜੀਆਂ ਨੇ ਅੱਗੇ ਬਚਨ ਕੀਤੇ, ਕਹਿੰਦੇ, ਕਾਮ ਕ੍ਰੋਧ ਮੋਹ ਬਸ ਪ੍ਰਾਨੀ। ਕਹਿੰਦੇ ਪ੍ਰਾਣੀ ਵਸ ਕਿਹਦੇ ਹੈ? ਕਾਮ ਦੇ, ਕ੍ਰੋਧ ਦੇ, ਮੋਹ ਦੇ, ਇਹਨਾਂ ਵਿਕਾਰਾਂ ਦੇ ਵਸ ਦੇ ਅੰਦਰ ਹੈ ਪ੍ਰਾਣੀ। ਮਨ ਨੂੰ ਤੇ ਗੁਰੂ ਦੇ ਵਸ ਕਰਨਾ ਸੀ, ਗੁਰੂ ਨੂੰ ਅਰਪਣ ਕਰਨਾ ਸੀ, ਗੁਰੂ ਨੂੰ ਸਮਰਪਣ ਕਰਨਾ ਸੀ। ਤੇ ਸਾਹਿਬ ਕਹਿੰਦੇ, ਮਨ ਕਿਹਨਾਂ ਦੇ ਵਸ ਹੈ? ਭਗਤ ਸਾਹਿਬਾਨਾਂ ਨੂੰ ਪੁੱਛੀਏ ਤੇ ਭਗਤ ਸਾਹਿਬਾਨ ਬਾਣੀ ਦੇ ਅੰਦਰ ਕਹਿੰਦੇ, ਇਨ ਪੰਚਨ ਮੇਰਾ ਮਨ ਜੋ ਵਿਗਾਰਿਓ। ਕਹਿੰਦੇ ਇਹਨਾਂ ਪੰਜਾਂ ਨੇ ਮੇਰੇ ਮਨ ਨੂੰ ਇੰਨਾ ਵਿਗਾੜ ਦਿੱਤਾ ਏ, ਇੰਨਾ ਕੁਰਾਹੇ ਪਾ ਦਿੱਤਾ ਏ। ਪਲ ਪਲ ਹਰ ਜੀਤੇ ਅੰਤਰ ਪਾਰਿਓ। ਅਜੇ ਵੀ ਇਹ ਪਲ ਪਲ ਛਿਨ ਛਿਨ ਕਰਕੇ ਮਾਲਕ ਦੇ ਨੇੜੇ ਨਹੀਂ, ਸਗੋਂ ਮਾਲਕ ਤੋਂ ਦੂਰ ਹੀ ਕਰ ਰਹੇ ਨੇ। ਸਾਹਿਬ ਜੀਆਂ ਨੇ ਬਚਨ ਕੀਤੇ, ਕਹਿਣ ਲੱਗੇ, ਕਾਮ ਕ੍ਰੋਧ ਮੋਹ ਬਸ ਪ੍ਰਾਨੀ। ਪ੍ਰਾਣੀ ਜੀਵ ਜਿਹੜਾ ਹੈ ਇਹ ਵਸ ਹੈ ਕਾਮ ਦੇ, ਕ੍ਰੋਧ ਦੇ ਤੇ ਮੋਹ ਦੇ। ਤੋ ਜੀਵ ਜਦੋਂ ਕ੍ਰੋਧੀ ਹੁੰਦਾ ਹੈ ਉਦੋਂ ਵੀ ਆਪਾ ਖੋ ਲੈਂਦਾ ਹੈ, ਕਾਮੀ ਹੁੰਦਾ ਹੈ ਉਦੋਂ ਵੀ ਆਪਾ ਖੋ ਲੈਂਦਾ ਹੈ, ਤੇ ਮੋਹ ਦੇ ਅੰਦਰ ਆ ਕੇ ਵੀ ਆਪਾ ਖੋ ਲੈਂਦਾ ਹੈ। ਸਾਹਿਬ ਕਹਿੰਦੇ, ਭਾਈ ਹਰ ਮੂਰਤ ਵਿਸਰਾਈ। ਤੇ ਇਸ ਮੂਰਖ ਮਨੁੱਖ ਨੇ ਹਰੀ ਮਾਲਕ ਦੀ ਮੂਰਤ ਨੂੰ, ਭਾਵ ਉਹਦੀ ਹੋਂਦ ਨੂੰ ਆਪਣੇ ਹਿਰਦੇ ਦੇ ਅੰਦਰੋਂ ਨਿਕਾਰ ਦਿੱਤਾ ਹੈ। ਉਹ ਮਾਲਕ ਨੂੰ ਭੁੱਲ ਕਰਕੇ ਇਹ ਜੀਵ ਮਾਲਕ ਦੇ ਪੈਦਾ ਕੀਤੇ ਹੋਏ ਇਹ ਸ੍ਰਿਸ਼ਟੀ ਦੀ ਚਲਾਏ ਮਾਨਤਾ ਦੇ ਜਿਹੜੇ ਇਹ ਪੰਜ, ਜਿਨ੍ਹਾਂ ਨੂੰ ਬਾਣੀ ਦੇ ਅੰਦਰ ਵਿਕਾਰ ਕਿਹਾ ਗਿਆ ਹੈ, ਕਈਆਂ ਸ਼ਬਦਾਂ ਦੇ ਨਾਲ ਸੰਬੋਧਨ ਕੀਤਾ ਗਿਆ। ਸਾਹਿਬ ਕਹਿੰਦੇ ਇਹਨਾਂ ਦੇ ਅਧੀਨ ਪਿਆ ਚੱਲਦਾ ਹੈ। ਕਾਮ ਕ੍ਰੋਧ ਮੋਹ ਬਸ ਪ੍ਰਾਨੀ, ਹਰ ਮੂਰਤ ਵਿਸਰਾਈ। ਤੇ ਮਾਲਕ ਜੀਆਂ ਦੀ ਹੋਂਦ ਨੂੰ ਇਹਨੇ ਵਿਸਾਰ ਦਿੱਤਾ ਹੈ। ਸਾਹਿਬ ਜੀਆਂ ਨੇ ਫਿਰ ਅੱਗੇ ਬਚਨ ਕੀਤੇ, ਕਹਿਣ ਲੱਗੇ, ਝੂਠਾ ਤਨ ਸਾਚਾ ਕਰ ਮਾਨਿਓ। ਤੇ ਕਹਿੰਦੇ, ਭਾਈ ਇਹ ਜੀਵ ਇਸ ਝੂਠੇ ਤਨ ਨੂੰ, ਕਿਉਂਕਿ ਓੜਕ ਸੱਚ ਰਹੀ, ਸੱਚ ਉਹ ਹੈ ਜਿਹੜਾ ਸਥਿਰ ਹੈ, ਸਦੀਵ ਹੈ, ਸ਼ਬਦ ਸੱਚ ਹੈ, ਗੁਰੂ ਕੇ ਬਚਨ ਸੱਚ ਹਨ, ਜਿਹੜੇ ਸਦੀਵ ਰਹਿਣ ਵਾਲੇ ਨੇ, ਜਿਹੜੇ ਕਦੇ ਵੀ ਖਤਮ ਨਹੀਂ ਹੋਣ ਵਾਲੇ, ਅਮਿੱਟ ਹਨ। ਸਾਹਿਬ ਕਹਿੰਦੇ, ਭਾਈ ਇਹ ਤਨ ਜਿਹੜਾ ਏ ਇਹ ਤੇ ਝੂਠਾ ਏ, ਭਾਵ ਨਾਸ਼ ਹੋਣ ਵਾਲਾ ਹੈ। ਔਰ ਤਨ ਤੇ ਗੁਰੂ ਸਾਹਿਬਾਨਾਂ ਨੇ ਆਪ ਵਾਰ-ਵਾਰ ਜ਼ੋਰ ਦਾਇਆ, ਬਚਨ ਕੀਤੇ ਕਿ ਭਾਈ ਇਹ ਤਨ ਦੇ ਨਾਲ ਨਹੀਂ ਜੁੜਨਾ, ਗੁਰੂ ਕੇ ਪਾਵਨ ਬਚਨਾਂ ਦੇ ਨਾਲ ਤੇ ਬਾਣੀ ਦੇ ਨਾਲ ਜੁੜਨਾ ਹੈ। ਤਨ ਬਿਨਸਨਹਾਰ ਹੈ ਔਰ ਤਨ ਨੂੰ ਖਤਮ ਕਰਕੇ ਹੀ ਤੇ ਸਤਿਗੁਰਾਂ ਨੇ ਜੋਤ ਊਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀ ਹੈ। ਜੋਤ ਉਹੀ ਰੱਖੀ ਹੈ ਔਰ ਤਨ ਨੂੰ ਵਾਰ-ਵਾਰ ਨਾਸ਼ ਕੀਤਾ ਹੈ, ਤਾਂ ਕਿ ਗੁਰੂ ਕੇ ਸਿੱਖ ਦੇ ਅੰਦਰੋਂ
ਉਹਦੇ ਮਨ ਦੇ ਅੰਦਰੋਂ ਤਨ ਪੂਜਣ ਦੀ ਬਿਰਤੀ ਦੂਰ ਹੋ ਕੇ ਤੇ ਜੋਤ ਦੇ ਨਾਲ, ਸ਼ਬਦ ਦੇ ਨਾਲ ਜੁੜਨ ਦੀ ਬਿਰਤੀ ਆਵੇ। ਸਾਹਿਬ ਜੀਆਂ ਨੇ ਬਚਨ ਕੀਤੇ, ਕਹਿਣ ਲੱਗੇ ਝੂਠਾ ਤਨ ਸਾਚਾ ਕਰ ਬਾਨਿਓ। ਕਹਿੰਦੇ ਹਨ ਜੀਵ ਅਜਿਹੇ ਜਿਨ੍ਹਾਂ ਨੇ ਇਸ ਝੂਠੇ ਨਾਸ਼ ਹੋਣ ਵਾਲੇ ਤਨ ਨੂੰ ਹੀ ਸੱਚ ਜਾਣਿਆ। ਤੇ ਕਹਿੰਦੇ ਉਹਨਾਂ ਦੀ ਹਾਲਤ ਕਿਵੇਂ ਦੀ ਹੈ? ਜਿਉਂ ਸੁਪਨਾ ਰਹਿ ਨਾਈ। ਭਾਈ ਤਨ ਤੇ ਇਵੇਂ ਹੈ ਜਿਵੇਂ ਰਾਤ ਵੇਲੇ ਸੁੱਤੇ ਆ ਤੇ ਸੁੱਤਿਆਂ ਸੁਪਨਾ ਆਇਆ ਏ। ਉਹ ਸੁਪਨੇ ਦੀ ਕਿੰਨੀ ਕੁ ਮਨਿਆਦ ਹੈ, ਉਹ ਸੁਪਨੇ ਦੀ ਕਿੰਨੀ ਕੁ ਔਧ ਹੈ, ਕਿੰਨੀ ਕੁ ਉਮਰ ਹੈ। ਜਦੋਂ ਮਾੜੀ ਜੀ ਜਾਗ ਆਈ, ਸੁਪਨਾ ਟੁੱਟ ਗਿਆ, ਖਤਮ ਹੋ ਗਿਆ। ਸਾਹਿਬ ਕਹਿੰਦੇ ਭਾਈ ਇਵੇਂ ਹੀ ਇਹ ਤਨ ਹੈ, ਇਹ ਤੇ ਭਈ ਪ੍ਰਾਪਤ ਮਨੁੱਖ ਦੇ ਹੁਰੀਆ। ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇਹ ਤੇ ਮਾਲਕ ਜੀਆਂ ਨੂੰ ਮਿਲਣ ਦੀ ਵਾਰੀ, ਇਹ ਤੇਰੀ ਅਵਸਰ, ਇਹ ਤੇਰੀ ਵਾਰ। ਕਹਿੰਦੇ ਤੈਨੂੰ ਇੱਕ ਅਵਸਰ ਮਿਲਿਆ ਏ, ਇਸ ਵਾਰ ਮਿਲਿਆ ਈ, ਸੰਭਾਲ ਲੈ। ਘਟ ਭੀਤਰ ਤੂੰ ਦੇਖ ਵਿਚਾਰ। ਕਹਿੰਦੇ ਹਿਰਦੇ ਦੇ ਅੰਦਰ ਦੇਖਣਾ ਕਰ, ਵਿਚਾਰ ਦੇਖ, ਧਿਆਨ ਨਾਲ ਦੇਖ। ਇਹ ਤੈਨੂੰ ਅਵਸਰ ਮਿਲਿਆ ਏ ਮਨੁੱਖਾ ਜਨਮ ਦਾ। 84 ਲੱਖ ਜੂਨ ਉਪਾਈ, ਮਾਨਸ ਕੋ ਪ੍ਰਭ ਦੀ ਵਡਿਆਈ। ਤੈਨੂੰ ਵਡਿਆਈ, ਤੈਨੂੰ ਅਵਸਰ ਮਿਲਿਆ ਏ, ਸੰਭਾਲਣਾ ਕਰ। ਤਨ ਨੂੰ ਸੱਚ ਕਰਕੇ ਨਾ ਜਾਣ। ਇਸ ਨੂੰ ਪੈਦਾ ਕਰਨ ਹਾਰਾ ਜਿਨੇ ਇਸ ਸਰੀਰ ਨੂੰ ਪੈਦਾ ਕੀਤਾ ਏ। ਇਹ ਸਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ। ਜਿਨੇ ਇਹਦੇ ਅੰਦਰ ਜੋਤ ਰੱਖੀ ਹੈ ਤਾ ਤੂੰ ਜਗ ਮੈਂ ਆਇਆ। ਜਿਹਦਾ ਕਰਕੇ ਤੂੰ ਜਗ ਸੰਸਾਰ ਅੰਦਰ ਆਇਆ। ਜਿਨ ਹਰ ਤੇਰਾ ਰਚਨ ਰਚਿਆ। ਕਹਿੰਦੇ ਜਿਨੇ ਇਹ ਰਚਨਾ ਰਚੀ ਸੋ ਹਰ ਮਨ ਨਾ ਵਸਾਇਆ। ਕਿਉਂ ਉਹਨੂੰ ਵਿਸਾਰ ਦਿੱਤਾ ਏ, ਭੁਲਾ ਦਿੱਤਾ ਏ। ਇਹ ਤਨ ਤੇ ਸੁਪਨੇ ਦੀ ਤਰ੍ਹਾਂ ਏ। ਤੇ ਅਖੀਰਲੇ ਬੰਦ ਅੰਦਰ ਫਿਰ ਸਤਿਗੁਰਾਂ ਜੀ ਨੇ ਬਚਨ ਕੀਤੇ, ਕਹਿਣ ਲੱਗੇ ਜੋ ਦੀਸੈ ਸੋ ਸਗਲ ਬਿਨਾਸਾ ਹੈ। ਭਾਈ ਜੋ ਵੀ ਦਿਸ ਰਿਹਾ ਹੈ, ਭਾਵੇਂ ਜੀਵ ਨੇ ਔਰ ਭਾਵੇਂ ਰੁੱਖ ਆਦਿਕ ਨੇ, ਪਸ਼ੂ ਪੰਛੀ ਨੇ, ਕੋਈ ਵੀ ਅਜਿਹੀ ਵਸਤੂ ਨਹੀਂ ਜਿਹੜੀ ਜੀਵ ਨੂੰ ਦਿਸਣਹਾਰੀ ਹੋਵੇ ਤੇ ਸਦੀਵ ਰਹਿਣ ਵਾਲੀ ਹੋਵੇ। ਸਾਹਿਬ ਕਹਿੰਦੇ ਜੋ ਵੀ ਦਿਸ ਰਿਹਾ ਹੈ, ਇੱਥੋਂ ਤੱਕ ਕਿ ਇਹ ਸੰਸਾਰ ਜਿਹਨੂੰ ਸਾਹਿਬ ਨੇ ਆਸਾ ਕੀ ਵਾਰ ਬਾਣੀ ਦੇ ਅੰਦਰ ਕਿਹਾ ਕਿ ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਕੂੜ ਮੰਡਪ, ਕੂੜ ਮਾਰੀ, ਕੂੜ ਬੈਸਨਹਾਰ। ਕਹਿੰਦੇ ਇਹ ਸਭ ਬਿਨਸਨਹਾਰ ਨੇ। ਹਾਂ ਸੰਸਾਰ ਦੀ ਔਧ ਉਮਰ ਵਡੇਰੀ ਹੈ ਔਰ ਤੇਰੀ ਤੇ ਇੱਕ ਸੁਪਨੇ ਦੀ ਤਰ੍ਹਾਂ, ਇੱਕ ਰੇਤ ਦੀ ਕੰਧ ਦੀ ਤਰ੍ਹਾਂ ਤੇ ਇੱਕ ਬੱਦਲ ਦੀ ਪਰਛਾਈ ਦੀ ਤਰ੍ਹਾਂ ਹੈ, ਇੱਕ ਰੁੱਖ ਦੀ ਛਾਂ ਦੀ ਤਰ੍ਹਾਂ ਹੈ। ਜਿੰਨਾ ਕੁ ਸਮਾਂ ਰੁੱਖ ਦੀ ਛਾਂ ਹੈ ਉਹ ਸਦੀਵ ਇੱਕ ਜਗ੍ਹਾ ਟਿਕੇਗੀ ਨਹੀਂ। ਸਾਹਿਬ ਕਹਿੰਦੇ ਭਾਈ ਇੰਨੀ ਕੁ ਤੇਰੀ ਉਮਰ ਹੈ, ਜਿੰਨੀ ਕੁ ਪਾਣੀ ਦੇ ਉੱਪਰ ਬੁਲਬੁਲੇ ਦੀ ਉਮਰ ਹੈ। ਸਾਹਿਬ ਜੀਆਂ ਨੇ ਬਚਨ ਕੀਤੇ ਜੋ ਦੀਸਾ ਸੋ ਸਗਲ ਬਿਨਾਸੇ। ਭਾਈ ਜੋ ਕੁਝ ਵੀ ਤੈਨੂੰ ਨਜ਼ਰ ਆਉਂਦਾ ਪਿਆ ਹੈ ਇਹ ਸਾਰਾ ਬਿਨਸਨਹਾਰ ਹੈ। ਇਹ ਸਾਹਿਬ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਬਚਨ ਹੈ। ਸਗਲ ਤੋਂ ਭਾਵ ਸਾਰਾ, ਬਿਨਾਸੇ ਤੋਂ ਭਾਵ ਨਾ ਰਹਿਣ ਵਾਲਾ, ਨਾਸ ਹੋਣ ਵਾਲਾ, ਖਤਮ ਹੋਣ ਵਾਲਾ। ਜਿਉਂ ਬਾਦਰ ਕੀ ਛਾਈ। ਕਹਿੰਦੇ ਭਾਈ ਜਿਵੇਂ ਬੱਦਲ ਦੀ ਛਾਂ ਹੈ, ਹੁਣ ਦਿਨ ਚੜਿਆ ਹੈ, ਦੁਪਹਿਰ ਲੱਗੀ ਹੈ ਔਰ ਇੱਕ ਪਲ ਦੇ ਅੰਦਰ ਹੀ ਬੱਦਲ ਆ ਗਏ ਨੇ, ਬਹੁਤ ਬੱਦਲ ਆ ਗਏ ਨੇ ਤੇ ਇਉਂ ਲੱਗ ਰਿਹਾ ਜਿਵੇਂ ਹਨੇਰਾ ਹੀ ਹੋ ਗਿਆ ਹੈ। ਪਰ ਉਹ ਬੱਦਲ ਸਦੀਵ ਨਹੀਂ ਛਾਏ ਰਹਿਣਗੇ। ਕੁਝ ਪਲ, ਕੁਝ ਘੜੀਆਂ ਉਹ ਮੀਂਹ ਪੈਣ ਤੋਂ ਬਾਅਦ ਫਿਰ ਨਿਖੜ ਜਾਣਗੇ ਔਰ ਫਿਰ ਸੂਰਜ ਨਿਕਲ ਆਵੇਗਾ। ਸੂਰਜ ਨਿਕਲਿਆ ਹੋਇਆ ਇਹ ਸੂਰਜ ਦੇ ਅੱਗੇ ਬੱਦਲਾਂ ਦੀ ਪਰਛਾਈ ਆ ਗਈ। ਇੱਕ ਬੱਦਲਾਂ ਦੀ ਪੱਤ ਆਉਣ ਦੇ ਨਾਲ ਧਰਤੀ ਦੇ ਉੱਪਰ ਹਨੇਰਾ ਹੋ ਗਿਆ। ਪਰ ਇਸ ਦਾ ਇਹ ਭਾਵ ਨਹੀਂ ਕਿ ਰਾਤ ਪੈ ਗਈ ਹੈ। ਜਦੋਂ ਮਾੜੇ ਜਿਹੇ ਬੱਦਲ ਦੂਰ ਹੋਏ
ਧਰਤੀ ਤੇ ਫਿਰ ਪ੍ਰਕਾਸ਼ ਹੋ ਜਾਣਾ। ਸਾਹਿਬ ਕਹਿੰਦੇ ਭਾਈ ਜਿੰਨਾ ਕੁ ਸਮਾਂ ਬੱਦਲਾਂ ਦੀ ਛਾਂ ਹੈ, ਜਿੰਨਾ ਕੁ ਸਮਾਂ ਪਾਣੀ ਦੇ ਬੁਲਬੁਲੇ ਦੀ ਹੋਂਦ ਹੈ, ਇੰਨੀ ਕੁ ਭਾਈ ਤੇਰੀ ਉਮਰ ਹੈ, ਤੇਰੀ ਅਉਧ ਹੈ। ਜੋ ਦੀਸੈ ਸੋ ਸਗਲ ਬਿਨਾਸਾ ਹੈ, ਜਿਉਂ ਬਾਦਰ ਕੀ ਛਾਈ। ਭਾਈ ਸਭ ਕੁਝ ਇਵੇਂ ਬਿਨਸਨਹਾਰ ਹੈ ਜਿਵੇਂ ਬੱਦਲਾਂ ਦੀ ਛਾਂ ਬਿਨਸ ਜਾਂਦੀ ਹੈ, ਖਤਮ ਹੋ ਜਾਂਦੀ ਹੈ। ਜਨ ਨਾਨਕ ਜਗ ਜਾਣਿਓ ਮਿਥਿਆ, ਰਹਿਓ ਰਾਮ ਸ਼ਰਨਾਈ। ਸਾਹਿਬ ਕਹਿੰਦੇ ਭਾਈ ਜਨ ਨਾਨਕ ਹੇ ਸਤ ਸੰਗੀ ਜਨੋ, ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਭਾਈ ਜਗਤ ਨੂੰ ਮਿਥਿਆ ਜਾਣਨਾ ਏ, ਇਹਨੂੰ ਸਦੀਵ ਨਹੀਂ ਜਾਣਨਾ। ਸਦੀਵ ਰਹਿਣਹਾਰ ਮਾਲਕ ਹੈ ਹੈਪੀ ਹੋਸੀ। ਉਹ ਮਾਲਕ ਜਿਹੜਾ ਆਦਿ ਜੁਗਾਦੀ ਹੈ, ਉਹ ਸਦੀਵ ਰਹਿਣ ਵਾਲਾ ਏ। ਜਗ ਤੇ ਜਗਤ ਦੇ ਜੀਵ ਬਿਨਸਨਹਾਰ ਨੇ, ਰਹਿਓ ਰਾਮ ਸ਼ਰਨਾਈ। ਤਾਂ ਕਰ ਭਾਈ ਜਿਹੜਾ ਬਿਨਸਨਹਾਰ ਹੈ ਉਹਦੇ ਪਦਾਰਥਾਂ ਨੂੰ ਤੇ ਵਰਤਣਾ ਏ, ਪਰ ਉਹਦੇ ਨਾਲ ਨਹੀਂ ਜੁੜਨਾ। ਜੁੜਨਾ ਉਹਦੇ ਨਾਲ ਹੈ ਜਿਹੜਾ ਸਦੀਵ ਰਹਿਣਹਾਰਾ ਹੈ। ਤੇ ਸਾਹਿਬ ਕਹਿੰਦੇ ਭਾਈ ਫਿਰ ਕੀ ਕਰ, ਰਹਿਓ ਰਾਮ ਸ਼ਰਨਾਈ। ਮਾਲਕ ਜੀਆਂ ਦੀ ਸ਼ਰਨ ਦੇ ਅੰਦਰ ਆ, ਸ਼ਰਨ ਦੇ ਅੰਦਰ ਟਿਕ, ਤੇਰਾ ਆਇਆ ਹੋਇਆ ਸਫਲਾ ਹੋ ਜਾਵੇ ਸਮੁੱਚੇ ਸ਼ਬਦ ਅੰਦਰ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ। ਰਚਨਾ ਦੀ ਗੱਲ ਕਰਦੇ ਹਾਂ ਕਿ ਕਿਵੇਂ ਮਾਲਕ ਜੀਆਂ ਨੇ ਰਚਨਾ ਰਚੀ ਹੈ। ਫਿਰ ਜਿਹੜੇ ਜੀਵ ਪੈਦਾ ਹੁੰਦੇ ਨੇ, ਇੱਕ ਖਤਮ ਹੋ ਰਿਹਾ ਹੈ ਤੇ ਦੂਸਰੇ ਨੂੰ ਇਉਂ ਲੱਗਦਾ ਹੈ ਕਿ ਮੈਂ ਸੰਸਾਰ ਤੋਂ ਜਾਣਾ ਹੀ ਨਹੀਂ, ਕਿਉਂਕਿ ਮਨ ਦਾ ਗੁਮਾਨ ਜਿਹੜਾ ਹੈ ਦੂਰ ਨਹੀਂ ਹੋਇਆ। ਔਰ ਉਹ ਗੁਮਾਨ ਕਰਕੇ ਜੀਵ ਜਿਹੜਾ ਹੈ ਇਹਨਾਂ ਵਿਕਾਰਾਂ ਦੇ ਵੱਸ ਦੇ ਅੰਦਰ ਹੈ। ਮਾਲਕ ਦੀ ਹੋਂਦ ਨੂੰ ਇਹਨੇ ਵਿਸਾਰਿਆ ਹੋਇਆ ਏ ਔਰ ਝੂਠੇ ਤਨ ਨੂੰ ਸੱਚ ਕਰਕੇ ਜਾਣ ਰਿਹਾ ਏ। ਹਾਲਾਂਕਿ ਇਹਦੇ ਸਾਹਮਣੇ ਹੀ ਹੋ ਰਿਹਾ ਏ, ਇਹਦੇ ਪਰਿਵਾਰ ਦੇ ਅੰਦਰ ਹੀ ਹੋ ਰਿਹਾ ਏ। ਦਾਦੇ ਪੜਦਾਦੇ ਇਹਨਾਂ ਅੱਖਾਂ ਦੇ ਸਾਹਮਣੇ ਕੀਤੀ ਚੱਲ ਗਈ, ਇਹਨਾਂ ਨੈਣਾਂ ਦੇ ਸਾਹਮਣੇ ਦੇਖਦਿਆਂ ਦੇਖਦਿਆਂ ਕਈ ਸੰਸਾਰ ਤੋਂ ਚਲੇ ਗਏ। ਜਿਤ ਆਸਨ ਹਮ ਬੈਠੇ ਕੀਤੇ ਬੈਸ ਗਿਆ। ਸਾਹਿਬ ਕਹਿੰਦੇ ਭਾਈ ਜਿੱਥੇ ਤੂੰ ਬੈਠਾ ਹੈ ਪਤਾ ਨਹੀਂ ਤੇਰੇ ਤੋਂ ਪਹਿਲਾਂ ਕਿੰਨੇ ਆਏ ਨੇ, ਕਿੰਨੇ ਬੈਠ ਗਏ ਨੇ, ਕਿੰਨਿਆਂ ਨੇ ਅੱਗੇ ਆ ਕੇ ਬੈਠਣਾ ਹੈ। ਪਰ ਕਹਿੰਦੇ ਜਿਹੜਾ ਮਨ ਦੇ ਉੱਪਰ ਗੁਮਾਨ ਨੂੰ ਧਾਰਨ ਕਰੀ ਬੈਠਾ ਹੈ ਭਾਈ, ਉਹਦੀ ਬਿਰਤੀ ਇਉਂ ਉਹਨੂੰ ਅਹਿਸਾਸ ਕਰਾਉਂਦੀ ਹੈ ਕਿ ਤੂੰ ਹੀ ਸੁਤੰਤਰ ਹੈ, ਤੇਰੇ ਤੋਂ ਸਿਆਣਾ ਸਮਝਦਾਰ ਕੋਈ ਨਹੀਂ। ਸਾਹਿਬ ਕਹਿੰਦੇ ਭਾਈ ਇਹ ਬੱਦਲ ਦੀ ਛਾਂ, ਇਹ ਸੁਪਨੇ ਦੀ ਨਿਆਈ ਦੇ ਵਰਗਾ ਹੈ। ਇਹਨੂੰ ਛੱਡਦਿਆਂ ਹੋਇਆਂ ਜਿਹੜਾ ਸਦੀਵ ਰਹਿਣ ਵਾਲਾ ਮਾਲਕ ਹੈ, ਗੁਰੂ ਦੀ ਬਖਸ਼ਿਸ਼ ਸਤ ਸੰਗਤ ਦੁਆਰਾ ਉਹਦੀ ਸ਼ਰਨ ਦੇ ਅੰਦਰ ਆ, ਉਹਦੇ ਅੱਗੇ ਰਜੋਈ ਕਰ, ਤਾਂ ਲੋਕ ਤੇ ਪਰਲੋਕ ਸੁਹੇਲਾ ਹੋਵੇਗਾ, ਆਇਆ ਸਫਲਾ ਹੋਵੇਗਾ। ਗੁਰੂ ਕਿਰਪਾ ਕਰਨ। ਪਾਵਨ ਵਿਚਾਰ ਕਰਦੇ ਹਾਂ, ਬੇਅੰਤ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ, ਗੁਰਬਖਸ਼ਣਯੋਗ ਸਤਿਗੁਰੂ ਜੀ ਕਿਰਪਾ ਕਰਨ। ਆਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨ। ਫਤਿਹ ਦੀ ਸਾਂਝ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਰੰਗਕਲੀ ਮਹੱਲਾ ਤੀਜਾ। ਆਨੰਦ ਓੰਕਾਰ ਸਤਿਗੁਰ ਪ੍ਰਸਾਦਿ। ਅਨੰਦ ਅੰਦਰਿ ਮਾਏ ਸਤਿਗੁਰੂ ਨੇ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਖੇਤੀ ਮਨਮਤੀਆਂ ਵਾਹੀਆਂ। ਰਾਗ ਰਤਨਪੁਰ ਵਾਰ ਪਰੀਆਂ।